हाँ जी। ਤਾਂ ਅੱਜ ਆਪਾਂ ਕਰਦੇ ਹਾਂ ਹਿਸਟਰੀ ਦਾ ਅੱਗੇ, ਠੀਕ ਹੈ। ਕਿੱਥੇ ਤੱਕ ਹੋ ਗਏ ਸੀ, ਇੱਕ ਵਾਰੀ ਆਪਾਂ ਉਹਨੂੰ ਦੇਖ ਲੈਂਦੇ ਹਾਂ ਹਿਸਟਰੀ ਨੂੰ ਸਾਡਾ, ਠੀਕ ਹੈ ਜੀ। ਹਿਸਟਰੀ ਦੇ ਫਾਦਰ ਆਫ ਹਿਸਟਰੀ ਕਿਹਨੂੰ ਕਿਹਾ ਜਾਂਦਾ ਹੈ? ਹੈਰੋਡੋਟਸ ਨੂੰ। ਕਿਹਨੂੰ? ਹੈਰੋਡੋਟਸ ਨੂੰ ਫਾਦਰ ਆਫ ਹਿਸਟਰੀ ਕਿਹਾ ਜਾਂਦਾ ਹੈ, ਠੀਕ ਹੈ। ਹਿਸਟਰੀ ਕੀ ਹੈ? ਬੀਤੇ ਸਮੇਂ ਦੀਆਂ ਘਟਨਾਵਾਂ, ਠੀਕ ਹੈ। ਹਿਸਟਰੀ ਨੂੰ ਪੜ੍ਹਨ ਲਈ ਅਸੀਂ ਕੀ ਕੀਤਾ ਸੀ, ਇਹਨੂੰ ਤਿੰਨ ਕੈਟਾਗਰੀਜ਼ ਦੇ ਵਿੱਚ ਵੰਡਤਾ ਸੀ। ਕਿਹੜੀ ਕਿਹੜੀ ਹੈ ਉਹ ਸਾਡੀ ਕੈਟਾਗਰੀ? ਪ੍ਰੀ ਹਿਸਟਰੀ, ਪ੍ਰੋਟੋ ਹਿਸਟਰੀ ਤੇ ਹਿਸਟਰੀ, ਠੀਕ ਹੈ ਜੀ। ਕਲੀਅਰ ਹੈ ਨਾ? ਤੇ ਤਿੰਨ ਕੈਟਾਗਰੀ ਦੇ ਵਿੱਚ ਅਸੀਂ ਇਹਨੂੰ ਵੰਡ ਕੇ ਪੜਿਆ। ਕਿਹੜੀ ਕਿਹੜੀ ਹੈ? ਪ੍ਰੀ ਹਿਸਟਰੀ ਉਹ ਇਤਿਹਾਸ ਹੈ ਜਿਹਦੇ ਵਿੱਚ ਸਾਡੇ ਕੋਲ ਕੋਈ ਵੀ ਲਿਖਿਤ ਸਰੋਤ ਨਹੀਂ ਹੈ, ਤੇ ਪ੍ਰੋਟੋ ਹਿਸਟਰੀ ਉਹ ਇਤਿਹਾਸ ਹੈ ਜਿਹਦੇ ਵਿੱਚ ਸਾਡੇ ਕੋਲ ਲਿਖਿਤ ਸਰੋਤ ਤਾਂ ਹੈਗੇ ਨੇ ਪਰ ਅਸੀਂ ਉਹਨੂੰ ਪੜ੍ਹ ਨਹੀਂ ਸਕੇ, ਠੀਕ ਹੈ ਜੀ। ਤੇ ਤੀਸਰਾ ਹੈ ਸਾਡਾ ਹਿਸਟਰੀ, ਜਿਹਦੇ ਵਿੱਚ ਸਾਡੇ ਕੋਲ ਕੀ ਹੈ? ਲਿਖਿਤ ਸਰੋਤ ਵੀ ਮਿਲੇ ਨੇ, ਅਸੀਂ ਉਹਨਾਂ ਨੂੰ ਪੜ੍ਹ ਵੀ ਸਕਦੇ ਹਾਂ, ਠੀਕ ਹੈ ਜੀ। ਕਲੀਅਰ ਹੈ ਨਾ? ਤਾਂ ਇਹ ਤਿੰਨ ਕੈਟਾਗਰੀਜ਼ ਮੈਂ ਤੁਹਾਨੂੰ ਦੱਸੀਆਂ ਸੀ ਵੀ ਅਸੀਂ ਇਹਨਾਂ ਤਿੰਨ ਕੈਟਾਗਰੀਜ਼ ਦੇ ਵਿੱਚ ਇਹਨੂੰ ਕੀ ਹੈ ਡਿਵਾਈਡ ਕਰਕੇ ਪੜਾਂਗੇ, ਜਿਹਦੇ ਵਿੱਚੋਂ ਕਿ ਅਸੀਂ ਪ੍ਰੀ ਹਿਸਟਰੀ ਪੜ੍ਹ ਲਈ ਹੈ। ਇਹਦੇ ਵਿੱਚ ਅਸੀਂ ਕੀ ਪੜਿਆ ਕਿ ਮਾਨਵ ਹੈ ਜਿਹੜਾ ਉਹ ਕਿਵੇਂ ਕਿਵੇਂ ਉਹਦਾ ਐਵੋਲਿਊਸ਼ਨ ਹੋਇਆ, ਠੀਕ ਹੈ। ਯਾਨੀ ਕਿ ਸਮਾਂ ਕਿੱਥੇ ਤੱਕ ਪੜਿਆ ਅਸੀਂ? 25 ਲੱਖ ਸਾਲ ਤੋਂ ਲੈ ਕੇ 10,000 BC ਦਾ ਸਮਾਂ ਸੀਗਾ, ਠੀਕ ਹੈ। ਜਿਹਦੇ ਵਿੱਚ ਆਦਿ ਮਾਨਵ ਦੇ ਬਾਰੇ ਚ ਅਸੀਂ ਜ਼ਿਆਦਾਤਰ ਜਾਣਿਆ, ਠੀਕ ਹੈ। ਪਹਿਲੀ ਵਾਰੀ ਮਾਨਵ ਕਿੱਥੇ ਮਿਲਿਆ ਸੀ? ਮਾਨਵ ਦੇ ਅਵਸ਼ੇਸ਼ ਅਫਰੀਕਾ ਵਿੱਚ ਮਿਲੇ ਹੋਏ ਨੇ, ਇਥੋਪੀਆ ਦੇ ਵਿੱਚ, ਠੀਕ ਹੈ ਜੀ। ਤਾਂ ਅਸੀਂ ਇਹਦੇ ਚ ਪੜਿਆ। ਫਿਰ ਪ੍ਰੋਟੋ ਹਿਸਟਰੀ ਦੇ ਵਿੱਚ ਅਸੀਂ ਸੱਭਿਅਤਾਵਾਂ ਪੜ੍ਹੀਆਂ ਨੇ। ਮੇਨ ਸਾਡੀ ਕਿਹੜੀ ਸੱਭਿਅਤਾ ਹੈ? ਸਿੰਧੂ ਘਾਟੀ ਸੱਭਿਅਤਾ, ਠੀਕ ਹੈ ਜੀ। ਸਿੰਧੂ ਘਾਟੀ ਦੀ ਸੱਭਿਅਤਾ ਦੇ ਬਾਰੇ ਚ ਪੜਿਆ ਅਸੀਂ। ਇਹਨੂੰ ਅੱਜ ਤੱਕ ਜੋ ਵੀ ਇਹਨਾਂ ਦੀ ਰਿਟਨ ਸਕ੍ਰਿਪਟ ਨੇ, ਠੀਕ ਹੈ, ਬੋਸਟਨ ਫਿਡੌਨ ਸਟਾਈਲ ਦੇ ਵਿੱਚ ਲਿਖੀਆਂ ਹੋਈਆਂ ਨੇ ਨਾ, ਰਾਈਟ ਟੂ ਲੈਫਟ, ਲੈਫਟ ਟੂ ਰਾਈਟ, ਉਹਨੂੰ ਅਸੀਂ ਅੱਜ ਤੱਕ ਪੜ੍ਹ ਨਹੀਂ ਸਕੇ, ਠੀਕ ਹੈ ਜੀ। ਲਿਖਿਤ ਤਾਂ ਹੈਗੀ ਹੈ, ਸਰੋਤ ਮਿਲ ਗਏ ਰਿਟਨ ਦੇ ਵਿੱਚ, ਪਰ ਪੜ੍ਹ ਨਹੀਂ ਸਕੇ। ਜਿਵੇਂ ਕਿ ਸਿੰਧੂ ਘਾਟੀ ਦੀ ਸੱਭਿਅਤਾ, ਇਹਦਾ ਸਮਾਂ ਕੀ ਸੀਗਾ ਸਾਡੇ ਕੋਲ? ਇਹਦਾ ਸਮੇਂ ਸਾਡੇ ਕੋਲ ਸੀ 2500 ਤੋਂ ਲੈ ਕੇ ਲਗਭਗ 1900 BC ਦਾ ਸਮਾਂ ਸੀਗਾ, ਠੀਕ ਹੈ। ਕਿਤੇ 1700 ਵੀ ਹੋ ਸਕਦਾ, ਕਿਤੇ 1600, ਏਦਾਂ ਲਮਸ਼ਮ, ਠੀਕ ਹੈ। ਹੁਣ ਅਸੀਂ ਪੜ੍ਹਦੇ ਹਾਂ ਹਿਸਟਰੀ। ਹਿਸਟਰੀ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਹੁਣ ਕੀ ਪੜਾਂਗੇ? ਵੈਦਿਕ ਪੀਰੀਅਡ ਨੂੰ ਪੜਾਂਗੇ, ਠੀਕ ਹੈ ਜੀ। ਕਿਹਨੂੰ ਪੜਾਂਗੇ? ਵੈਦਿਕ ਪੀਰੀਅਡ ਨੂੰ। ਤਾਂ ਫਿਰ ਕਰ ਲੈਂਦੇ ਹਾਂ ਹੁਣ ਆਪਾਂ ਸ਼ੁਰੂਆਤ ਵੈਦਿਕ ਪੀਰੀਅਡ ਦੀ, ਠੀਕ ਹੈ। ਪ੍ਰੀ ਹਿਸਟਰੀ ਸਾਡੀ ਕੰਪਲੀਟ ਹੋ ਗਈ, ਪ੍ਰੋਟੋ ਹਿਸਟਰੀ ਕੰਪਲੀਟ ਹੋ ਗਈ, ਹੁਣ ਅਸੀਂ ਪੜ੍ਹਨੀ ਹੈ ਹਿਸਟਰੀ। ਹਿਸਟਰੀ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਪੜਾਂਗੇ ਵੈਦਿਕ ਪੀਰੀਅਡ ਦੇ ਬਾਰੇ ਚ, ਠੀਕ ਹੈ ਜੀ। ਯਾਨੀ ਕਿ ਵੈਦਿਕ ਕਾਲ ਦੇ ਬਾਰੇ ਚ, ਠੀਕ ਹੈ ਜੀ। ਵੈਦਿਕ ਕਾਲ ਦਾ ਜਿਹੜਾ ਸਮਾਂ ਹੈ ਸਾਡੇ ਕੋਲ, ਠੀਕ ਹੈ, ਵੈਦਿਕ ਪੀਰੀਅਡ ਦਾ ਜਿਹੜਾ ਸਾਡੇ ਕੋਲ ਸਮਾਂ ਹੈ ਉਹ ਕਿੰਨਾ ਸਮਾਂ ਹੈ ਸਾਡੇ ਕੋਲ? 1500 ਤੋਂ ਲੈ ਕੇ 600 BC ਤੱਕ ਦਾ ਸਮਾਂ ਹੈ, ਠੀਕ ਹੈ। ਵੈਦਿਕ ਕਾਲ ਦਾ ਸਮਾਂ ਕਿਹੜਾ ਹੈ? 1500 ਤੋਂ ਲੈ ਕੇ 600 BC ਤੱਕ ਦਾ ਇਹ ਸਮਾਂ, ਠੀਕ ਹੈ। ਤਾਂ ਇੱਥੋਂ ਦੇ ਜਿਹੜੇ ਇਸ ਪੀਰੀਅਡ ਦੇ ਦੌਰਾਨ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਹੀ ਅਸੀਂ ਕੀ ਬੋਲਦੇ ਹਾਂ? ਆਰੀਅਨਸ ਬੋਲਦੇ ਹਾਂ। ਕੀ ਬੋਲਦੇ ਹਾਂ? ਆਰੀਅਨਸ, ਠੀਕ ਹੈ। ਹੁਣ ਇਹਨਾਂ ਦੇ ਬਾਰੇ ਚ ਕੀ ਹੈ? ਅੱਡ-ਅੱਡ ਖਿਆਲ ਨੇ। ਕੁਝ ਲੋਕ ਤਾਂ ਕਹਿੰਦੇ ਨੇ ਇਹ ਕਿਸੇ ਹੋਰ ਮੱਧ ਏਸ਼ੀਆ ਤੋਂ ਆਏ ਨੇ, ਕੁਝ ਕਹਿੰਦੇ ਨੇ ਇਹ ਤਿੱਬਤ ਤੋਂ ਆਏ ਨੇ, ਕੁਝ ਕਹਿੰਦੇ ਨੇ ਇਹ ਚਾਈਨਾ ਤੋਂ ਆਏ ਨੇ, ਠੀਕ ਹੈ। ਤਾਂ ਆਪਾਂ ਇੱਕ ਇੱਕ ਕਰਕੇ ਇਹਨਾਂ ਨੂੰ ਜਾਣਾਂਗੇ। ਉਸ ਤੋਂ ਪਹਿਲਾਂ ਅਸੀਂ ਦੇਖ ਲੈਂਦੇ ਹਾਂ ਕਿ ਜਿਹੜਾ ਵੈਦਿਕ ਕਾਲ ਹੈ ਇਹਨੂੰ ਅਸੀਂ ਪੜ੍ਹਨਾ ਕਿਸ ਤਰ੍ਹਾਂ ਹੈ। ਇਹਨੂੰ ਅਸੀਂ ਪੜ੍ਹਨ ਲਈ ਦੋ ਕੈਟਾਗਰੀ ਦੇ ਵਿੱਚ ਇਹਨੂੰ ਵੰਡਿਆ ਗਿਆ ਹੈ, ਠੀਕ ਹੈ। ਦੋ ਕੈਟਾਗਰੀ ਦੇ ਵਿੱਚ ਕਿਉਂ ਵੰਡਿਆ ਗਿਆ? ਕਿਉਂਕਿ ਇਹਦਾ ਜਿਹੜਾ ਸ਼ੁਰੂਆਤੀ ਦੌਰ ਸੀ ਤੇ ਜਿਹੜਾ ਪਿਛਲਾ ਦੌਰ ਸੀ ਉਹਨਾਂ ਦੇ ਵਿੱਚ ਕੀ ਹੈ? ਬਹੁਤ ਜ਼ਿਆਦਾ ਚੇਂਜਸ ਦੇਖਣ ਨੂੰ ਮਿਲੇ ਨੇ, ਠੀਕ ਹੈ। ਇਸ ਕਰਕੇ ਅਸੀਂ ਇਹਨੂੰ ਦੋ ਕੈਟਾਗਰੀਜ਼ ਦੇ ਵਿੱਚ ਵੰਡ ਦਿੰਦੇ ਹਾਂ। ਕਿਹੜਾ? ਇੱਕ ਤਾਂ ਹੈ ਸਭ ਤੋਂ ਪਹਿਲਾਂ ਸਾਡਾ ਅਰਲੀ ਵੈਦਿਕ ਪੀਰੀਅਡ, ਠੀਕ ਹੈ। ਤੇ ਦੂਸਰਾ ਅਸੀਂ ਇਹਨੂੰ ਵੰਡ ਦਿੰਦੇ ਹਾਂ ਲੇਟਰ ਵੈਦਿਕ ਪੀਰੀਅਡ ਦੇ ਵਿੱਚ, ਠੀਕ ਹੈ। ਅਰਲੀ ਵੈਦਿਕ ਪੀਰੀਅਡ ਨੂੰ ਅਸੀਂ ਕੀ ਹੈ? ਰਿਗ ਵੈਦਿਕ ਕਾਲ ਵੀ ਕਹਿ ਦਿੰਦੇ ਹਾਂ। ਰਿਗਵੈਦ ਕਾਲ ਵੀ, ਠੀਕ ਹੈ, ਜਾਂ ਰਿਗ ਵੈਦਿਕ ਕਾਲ ਵੀ ਇਹਨੂੰ ਕਿਹਾ ਜਾਂਦਾ ਹੈ। ਤੇ ਲੇਟਰ ਵੈਦਿਕ ਨੂੰ ਅਸੀਂ ਕੀ ਬੋਲਦੇ ਹਾਂ? ਉੱਤਰ ਵੈਦਿਕ ਕਾਲ, ਠੀਕ ਹੈ। ਉੱਤਰ ਵੈਦਿਕ ਕਾਲ ਕਿਹਾ ਜਾਂਦਾ ਹੈ। ਇਹਨਾਂ ਦਾ ਜਿਹੜਾ ਸਮਾਂ ਹੈ, ਅਰਲੀ ਵੈਦਿਕ ਦਾ ਜਿਹੜਾ ਸਮਾਂ ਹੈ ਉਹ ਕਿੰਨਾ ਹੈ? 1500 ਤੋਂ ਲੈ ਕੇ 1000 BC ਤੱਕ ਦਾ। 1500 ਤੋਂ ਲੈ ਕੇ 1000 BC ਤੱਕ ਦਾ। ਤੇ ਲੇਟਰ ਦਾ 1000 ਤੋਂ ਲੈ ਕੇ 600 BC ਤੱਕ ਦਾ ਸਮਾਂ, ਠੀਕ ਹੈ ਜੀ। ਹੋ ਗਿਆ ਨਾ 1500 ਤੋਂ 600 ਤੱਕ ਦਾ ਸਮਾਂ। 1500 ਤੋਂ 600 ਤੱਕ ਦਾ ਇਹ ਸਮਾਂ ਹੈ, ਠੀਕ ਹੈ, ਓਵਰਆਲ ਵੈਦਿਕ ਪੀਰੀਅਡ ਦਾ। ਇਹਨੂੰ ਅਸੀਂ ਦੋ ਕਾਲਖੰਡਾਂ ਦੇ ਵਿੱਚ ਵੰਡਦੇ ਹਾਂ। ਇੱਕ ਹੈ ਅਰਲੀ ਵੈਦਿਕ ਜਿਹਨੂੰ ਅਸੀਂ ਰਿਗ ਵੈਦਿਕ ਕਾਲ ਵੀ ਕਹਿੰਦੇ ਹਾਂ, ਤੇ ਦੂਸਰਾ ਹੈ ਸਾਡਾ
ਲੇਟਰ ਵੈਦਿਕ ਕਾਲ, ਠੀਕ ਹੈ, ਜਿਹਨੂੰ ਉੱਤਰ ਵੈਦਿਕ ਕਾਲ ਵੀ ਕਿਹਾ ਜਾਂਦਾ ਹੈ। ਅਰਲੀ ਵੈਦਿਕ ਦਾ ਸਮਾਂ 1500 ਤੋਂ 1000 BC ਤੇ ਲੇਟਰ ਵੈਦਿਕ ਕਾਲ ਦਾ ਸਮਾਂ ਜਿਹੜਾ ਸਾਡੇ ਕੋਲ ਹੈ ਉਹ ਕੀ ਹੈ 1000 ਤੋਂ 600 BC ਦਾ, ਠੀਕ ਹੈ। ਹੁਣ ਇਹਨਾਂ ਦੇ ਵਿੱਚ ਫਰਕ ਕੀ ਹੈ? ਇਸ ਸਮੇਂ ਜਿਹੜਾ ਰਿਗ ਵੈਦਿਕ ਕਾਲ ਹੈ ਸਾਡਾ ਅਰਲੀ ਵੈਦਿਕ ਪੀਰੀਅਡ ਹੈ, ਇਸ ਸਮੇਂ ਕੀ ਸੀਗਾ ਔਰਤਾਂ ਦੀ ਜਿਹੜੀ ਸਥਿਤੀ ਸੀ ਉਹ ਕੀ ਸੀ ਬਹੁਤ ਹੀ ਵਧੀਆ ਸੀ, ਠੀਕ ਹੈ। ਔਰਤਾਂ ਦੀ ਸਥਿਤੀ ਕੀ ਹੈ ਬਹੁਤ ਵਧੀਆ ਸੀ। ਸੁਸਾਇਟੀ ਕਿਹੋ ਜਿਹੀ ਸੀ ਉਸ ਸਮੇਂ, ਜਿਹੜਾ ਸਮਾਜ ਸੀਗਾ ਬੱਚੇ ਉਹ ਕਿਹੋ ਜਿਹਾ ਸੀ ਬਹੁਤ ਹੀ ਉੱਚ ਸਤਰ ਦਾ ਸਮਾਜ ਸੀ, ਠੀਕ ਹੈ। ਤੇ ਇੱਧਰ ਜਿਹੜਾ ਇਹ ਧੀਰੇ ਧੀਰੇ ਹੌਲੀ ਹੌਲੀ ਜਾਂਦੇ ਜਾਂਦੇ ਕੀ ਹੋ ਗਿਆ ਔਰਤਾਂ ਦੀ ਸਥਿਤੀ ਥੋੜੀ ਜਿਹੀ ਘਟ ਗਈ, ਠੀਕ ਹੈ। ਅੱਛੀ ਸੀ ਪਰ ਉਨੀ ਅੱਛੀ ਨਹੀਂ ਸੀ ਜਿੰਨੀ ਕਿ ਰਿਗਵੈਦਿਕ ਕਾਲ ਦੇ ਸਮੇਂ ਚ ਸੀ, ਠੀਕ ਹੈ। ਔਰਤਾਂ ਦੀ ਸਥਿਤੀ ਥੋੜੀ ਜਿਹੀ ਕੀ ਹੋ ਗਈ ਘਟ ਗਈ। ਸੁਸਾਇਟੀ ਚ ਵੀ ਊਚ ਨੀਚ ਕੀ ਹੋ ਗਿਆ ਥੋੜਾ ਜਿਹਾ ਵੱਧ ਗਿਆ, ਯਾਨੀ ਕਿ ਸੁਸਾਇਟੀ ਵੀ ਕੀ ਹੋ ਗਈ ਥੋੜੀ ਜਿਹੀ ਨੀਚ ਹੋ ਗਈ, ਠੀਕ ਹੈ। ਕਿਉਂ ਹੋ ਗਈਆਂ ਇਹ ਗੱਲਾਂ ਇਹ ਸਮਝੋ, ਇਹ ਗੱਲਾਂ ਕਿਉਂ ਹੋਈਆਂ ਕਿਉਂਕਿ ਉੱਤਰ ਵੈਦਿਕ ਕਾਲ ਦੇ ਵਿੱਚ ਇੱਕ ਬਹੁਤ ਤਗੜਾ ਕੀ ਹੈ ਰੈਵੋਲੂਸ਼ਨ ਆ ਗਿਆ ਸੀ, ਠੀਕ ਹੈ। ਯਾਨੀ ਕਿ ਬਹੁਤ ਤਗੜਾ ਕੀ ਹੋ ਗਿਆ ਸੀ ਬਦਲਾਵ। ਉਹ ਬਦਲਾਵ ਕੀ ਸੀਗਾ? ਉਹ ਬਦਲਾਵ ਸੀ ਕਿ ਇਸ ਸਮੇਂ ਦੇ ਵਿੱਚ ਕੀ ਹੈ ਲੋਹੇ ਦੀ ਖੋਜ ਹੋ ਗਈ ਸੀ। ਲੋਹੇ ਦੀ ਕੀ ਹੋ ਗਈ ਸੀ ਖੋਜ, ਯਾਨੀ ਕਿ ਆਇਰਨ ਦੀ ਕੀ ਹੋ ਗਈ ਸੀ ਖੋਜ ਹੋ ਗਈ ਸੀ, ਠੀਕ ਹੈ। ਕਿੱਥੇ ਮਿਲਿਆ ਸਾਨੂੰ ਇਹ ਆਇਰਨ? ਜਿਹੜਾ ਮਿਲਿਆ ਸਾਨੂੰ ਇਹ ਬਿਹਾਰ ਦੇ ਰੰਗੀ ਛੇੜੀ ਵਿੱਚ। ਕਿੱਥੇ ਮਿਲਿਆ? ਬਿਹਾਰ ਦੇ ਰੰਗੀ ਛੇੜੀ ਵਿੱਚ, ਠੀਕ ਹੈ। ਸਭ ਤੋਂ ਪਹਿਲਾਂ ਸਾਨੂੰ ਇੱਥੇ ਮਿਲਿਆ, ਫਿਰ ਮਹਾਜਨਪਦ ਆਣਗੇ ਸਾਡੇ, ਫਿਰ ਅੱਗੇ ਬਹੁਤ ਸਾਰੇ ਸਾਨੂੰ ਹੋਰ ਵੀ ਕਰਨਾਟਕਾ ਸਾਈਡ ਭੰਡਾਰ ਦੇਖਣ ਨੂੰ ਮਿਲਣਗੇ। ਹੁਣ ਦੇਖੋ ਜਦੋਂ ਇੱਥੇ ਲੋਹੇ ਦੀ ਖੋਜ ਹੋ ਗਈ ਤਾਂ ਹੁਣ ਲੋਹਾ ਜਿਹੜਾ ਇੱਕ ਬਹੁਤ ਹੀ ਮਹੱਤਵਪੂਰਨ ਧਾਤੂ ਹੈ, ਠੀਕ ਹੈ। ਕਿਉਂਕਿ ਤੁਸੀਂ ਅੱਜ ਦੇ ਸਮੇਂ ਦੇ ਵਿੱਚ ਵੀ ਜੇ ਲੋਹੇ ਨੂੰ ਕੰਪੇਅਰ ਕਰੋ ਤਾਂ ਤੁਹਾਨੂੰ ਹਰ ਇੱਕ ਚੀਜ਼ ਦੇ ਵਿੱਚ ਕਿਤੇ ਨਾ ਕਿਤੇ ਲੋਹੇ ਦਾ ਯੂਜ਼ ਜ਼ਰੂਰ ਮਿਲ ਜੂਗਾ, ਠੀਕ ਹੈ। ਹਾਲਾਂਕਿ ਚਾਹੇ ਉਹ ਨਾਮਾਤਰ ਕਿੱਲ ਦੇ ਰੂਪ ਦੇ ਵਿੱਚ ਹੀ ਹੋਵੇ ਪਰ ਲੋਹੇ ਦਾ ਯੂਜ਼ ਹੋਊਗਾ। ਉਸ ਸਮੇਂ ਜਦੋਂ ਨਵਾਂ ਲੋਹਾ ਮਿਲਿਆ ਤਾਂ ਲੋਕਾਂ ਦੇ ਵਿੱਚ ਕਿੰਨੀ ਜ਼ਿਆਦਾ ਐਕਸਾਈਟਮੈਂਟ ਸੀ, ਹਨਾ। ਤਾਂ ਲੋਹਾ ਮਿਲਣ ਕਰਕੇ ਹੁਣ ਕੀ ਹੈ ਬਹੁਤ ਸਾਰੀਆਂ ਚੀਜ਼ਾਂ ਬਣਨ ਲੱਗ ਪਈਆਂ। ਲੋਕਾਂ ਨੇ ਸ਼ਹਿਰ ਨਗਰ ਵਸਾਣੇ ਕੀ ਕਰਤੇ ਸ਼ੁਰੂ ਕਰਤੇ। ਜਦੋਂ ਸਮਾਜ ਅੱਛੇ ਤਰੀਕੇ ਨਾਲ ਕੀ ਹੈ ਡਿਵੈਲਪਮੈਂਟ ਹੋਣਾ ਸ਼ੁਰੂ ਹੋ ਜਾਵੇ ਫਿਰ ਕੀ ਹੈ ਸੁਸਾਇਟੀ ਦੇ ਵਿੱਚ ਊਚ ਨੀਚ ਆਣਾ ਸੰਭਵ ਹੈ। ਤਾਂ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਡਿਵੈਲਪਮੈਂਟ ਹੈ ਉਹ ਵੀ ਕੀ ਹੈ ਇਸ ਸਮੇਂ ਜ਼ਿਆਦਾ ਹੋਈ, ਠੀਕ ਹੈ। ਡਿਵੈਲਪਮੈਂਟ ਵੀ ਕੀ ਹੋਗੀ ਇਸ ਸਮੇਂ ਜ਼ਿਆਦਾ ਹੋ ਗਈ, ਠੀਕ ਹੈ। ਕਲੀਅਰ ਹੈ? ਤਾਂ ਇਹ ਚੀਜ਼ਾਂ ਯਾਦ ਰੱਖਣੀਆਂ ਨੇ। ਲੋਹੇ ਦੀ ਖੋਜ ਹੋਣ ਕਰਕੇ ਹੀ ਇਸ ਵੈਦਿਕ ਕਾਲ ਦਾ ਦੂਸਰਾ ਨਾਮ ਕੀ ਪੈ ਗਿਆ ਆਇਰਨ ਏਜ। ਕੀ ਪੈ ਗਿਆ ਆਇਰਨ ਏਜ, ਠੀਕ ਹੈ ਜੀ। ਕੀ ਕਿਹਾ ਜਾਂਦਾ ਇਹਨੂੰ ਆਇਰਨ ਏਜ। ਵੈਦਿਕ ਕਾਲ ਨੂੰ ਹੋਰ ਕੀ ਕਿਹਾ ਜਾਂਦਾ ਆਇਰਨ ਏਜ, ਕਿਉਂਕਿ ਕੁੱਲ ਮਿਲਾ ਕੇ ਕੀ ਹੈ ਇਹ ਲੋਹੇ ਦੀ ਖੋਜ ਕਿਹਦੇ ਵਿੱਚ ਹੋਈ ਵੈਦਿਕ ਕਾਲ ਦੇ। ਵੈਦਿਕ ਕਾਲ ਦੇ ਵਿੱਚ ਕਿਹੜੇ ਖੰਡ ਦੇ ਵਿੱਚ ਉੱਤਰ ਵੈਦਿਕ ਕਾਲ ਦੇ ਵਿੱਚ, ਠੀਕ ਹੈ। ਯਾਨੀ ਕਿ ਲਾਸਟ ਦੇ ਸਮਿਆਂ ਦੇ ਵਿੱਚ ਜਾ ਕੇ ਲੋਹੇ ਦੀ ਖੋਜ ਹੋ ਗਈ ਪਰ ਹੋਈ ਓਵਰਆਲ ਕਿੱਥੇ ਵੈਦਿਕ ਕਾਲ ਦੇ ਵਿੱਚ। ਇਸੇ ਕਰਕੇ ਵੈਦਿਕ ਕਾਲ ਨੂੰ ਅਸੀਂ ਹੋਰ ਕੀ ਕਹਿ ਸਕਦੇ ਹਾਂ ਆਇਰਨ ਏਜ, ਠੀਕ ਹੈ ਜੀ। ਤੇ ਇਹਨੂੰ ਅਸੀਂ ਕੀ ਬੋਲਦੇ ਹਾਂ ਬਲੈਕ ਸਮਿਥ, ਠੀਕ ਹੈ। ਕੀ ਬੋਲਦੇ ਆ ਬਲੈਕ ਸਮਿਥ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਠੀਕ ਹੈ। ਇੰਨਾ ਕਲੀਅਰ ਹੈ? ਤਾਂ ਹੁਣ ਇਸ ਸਮੇਂ ਇਹ ਜਿਹੜੇ ਲੋਕ ਸੀ ਇਹ ਕਰਦੇ ਕੀ ਸੀ? ਇਹ ਲੋਕ ਜਿਹੜੇ ਸੀਗੇ ਇਸ ਸਮੇਂ ਆਪਣੀਆਂ ਗਾਵਾਂ ਨੂੰ ਚਰਾਉਂਦੇ ਸੀ। ਤਾਂ ਇਸ ਸਮੇਂ ਜ਼ਿਆਦਾਤਰ ਜਾਨਵਰ ਹੈ ਜਿਹੜਾ ਉਹ ਕੀ ਸੀਗਾ ਕਾਓ ਜਿਹੜੀ ਸੀ ਉਹ ਕੀ ਸੀ ਬਹੁਤ ਹੀ ਮਹੱਤਵਪੂਰਨ ਰੋਲ ਸੀ ਇਹਨਾਂ ਕੋਲ। ਮਹੱਤਵਪੂਰਨ ਜਾਨਵਰ ਕਿਹੜਾ ਸੀ ਕਾਓ ਸੀਗਾ, ਠੀਕ ਹੈ। ਕਿਉਂਕਿ ਇਸੇ ਨੂੰ ਹੀ ਕੀ ਹੈ ਦੁੱਧ ਜਿਹੜਾ ਹੈ ਖਾਣ ਪਾਣ ਦੇ ਇਸਤੇਮਾਲ ਵਿੱਚ ਲੈਂਦੇ ਸੀ, ਠੀਕ ਹੈ। ਕਾਓ ਦਾ ਰੋਲ ਕੀ ਹੈ ਬਹੁਤ ਜ਼ਿਆਦਾ ਮਹੱਤਵਪੂਰਨ। ਜਿਵੇਂ ਕਿ ਅਸੀਂ ਦੇਖਿਆ ਕਿ ਇਦੋਂ ਪਹਿਲਾਂ ਪਿੱਛੇ ਪ੍ਰੋਟੋ ਹਿਸਟਰੀ ਦੇ ਵਿੱਚ ਸਿੰਧੂ ਘਾਟੀ ਸੱਭਿਅਤਾ ਦੇ ਵਿੱਚ ਕੁੱਲ ਮਿਲਾ ਕੇ ਕਾਫੀ ਸਾਰੇ ਜਾਨਵਰ ਦੇਖੇ ਗਏ ਪਰ ਕਾਓ ਇੱਕ ਐਸਾ ਜਾਨਵਰ ਸੀ ਜਿਹੜਾ ਨਹੀਂ ਦੇਖਿਆ ਗਿਆ। ਪਰ ਵੈਦਿਕ ਕਾਲ ਦੇ ਲੋਕ ਜਿਹੜੇ ਨੇ ਉਹ ਕੀ ਨੇ ਉੱਥੇ ਕਾਓ ਭਾਰੀ ਮਾਤਰਾ ਦੇ ਵਿੱਚ ਦੇਖੀ ਗਈ, ਮਤਲਬ ਕਿ ਬਹੁਤ ਇੰਪੋਰਟੈਂਟ ਰੋਲ ਅਦਾ ਕੀਤਾ ਕਾਓ ਨੇ, ਠੀਕ ਹੈ। ਤਾਂ ਵੈਦਿਕ ਪੀਰੀਅਡ ਦੇ ਵਿੱਚ ਕਾਓ ਹੈ ਜਿਹੜਾ ਬਹੁਤ ਇੰਪੋਰਟੈਂਟ ਜਾਨਵਰ ਹੈ ਪਰ ਜਦਕਿ ਸਿੰਧੂ ਘਾਟੀ ਸੱਭਿਅਤਾ ਦੇ ਵਿੱਚ ਕਾਓ ਦਾ ਕੋਈ ਜ਼ਿਕਰ ਨਹੀਂ ਹੈ। ਕਲੀਅਰ ਹੈ? ਤਾਂ ਯਾਦ ਰੱਖਣਾ ਬਹੁਤ ਜ਼ਿਆਦਾ ਡਿਫਰੈਂਸ ਹੈ। ਇਸੇ ਕਰਕੇ ਉੱਥੇ ਜਿਹੜੇ ਸਿੰਧੂ ਘਾਟੀ ਦੇ ਵਿੱਚ ਮੈਂ ਦੱਸਿਆ ਸੀ ਸਵਾਲ ਇਹ ਆਉਂਦਾ ਕਿ ਮੋਹਰ ਦੇ ਉੱਪਰ ਕਿਹੜਾ ਜਾਨਵਰ ਨਹੀਂ ਦੇਖਿਆ ਗਿਆ ਕਿਉਂਕਿ ਇਹਨਾਂ ਦੋਨਾਂ ਸਮਿਆਂ ਦੇ ਦੌਰਾਨ ਦੇਖੋ ਇੱਕ ਜਗ੍ਹਾ ਤਾਂ ਇਹ ਬਿਲਕੁਲ ਹੀ ਨਹੀਂ ਨਜ਼ਰ ਆ ਰਿਹਾ ਔਰ ਇੱਕ ਜਗ੍ਹਾ ਸਭ ਤੋਂ ਜ਼ਿਆਦਾ ਜਾਨਵਰ ਜਿਹੜਾ ਮਿਲ ਰਿਹਾ ਉਹ ਕਾਓ ਹੀ ਹੈ। ਇਸੇ ਕਰਕੇ ਇਹ ਸਵਾਲ ਕੀ ਹੈ ਪੁੱਛਿਆ ਜਾਂਦਾ ਹੈ, ਠੀਕ ਹੈ। ਤਾਂ ਉਹ ਕਾਓ ਵੀ ਇਹ ਮੰਨਿਆ ਜਾਂਦਾ ਵੀ ਜਿਹੜੇ ਇਹ ਆਰੀਅਨ ਸੀਗੇ ਇਹ ਆਪਣੇ ਨਾਲ ਹੀ ਮੱਧ ਏਸ਼ੀਆ ਤੋਂ ਲੈ ਕੇ ਆਏ ਸੀ, ਠੀਕ ਹੈ। ਉਸ ਤੋਂ ਬਾਅਦ ਫਿਰ
ਕਾਓ ਜਦੋਂ ਜ਼ਿਆਦਾ ਸੀ, ਇਹ ਕਾਓ ਨੂੰ ਕੀ ਹੈ, ਇੱਕ ਕਿਸਮ ਨਾਲ ਪੂਜਦੇ ਸੀਗੇ, ਕਾਓ ਨੂੰ ਹੀ ਕੀ ਸੀਗੇ, ਪੂਜਦੇ ਸੀ। ਕਲੀਅਰ ਹੈ, ਕਾਓ ਦੀ ਹੀ ਕੀ ਕਰਦੇ ਸੀ, ਪੂਜਦੇ ਸੀ। ਫਿਰ ਇਹਨਾਂ ਨੇ ਹੌਲੀ ਹੌਲੀ ਖੇਤੀ ਕਰਨੀ ਵੀ ਸ਼ੁਰੂ ਕੀਤੀ। ਠੀਕ ਹੈ, ਖੇਤੀ ਕਰਨੀ ਸ਼ੁਰੂ ਕੀਤੀ। ਕਿਹਦੀ ਖੇਤੀ ਕਰੀ ਇਹਨਾਂ ਨੇ, ਕਣਕ, ਚਾਵਲ ਤੇ ਜੌਂ। ਠੀਕ ਹੈ, ਕਣਕ, ਚਾਵਲ ਤੇ ਜੌਂ ਦੀ खेती करी। ठीक है, कणक मतलब वीट, चावल मतलब राइस, जौ मतलब बारले। ठीक है, तो कणक, चावल ते जौ की भी खेती करीगी। ठीक है, तो ये याद रखना, ये जड़ियां चीज़ां ने ये दोनों समयां दे विच ने, खेती भी दोनों समयां दे विच हुई है ते काओ वगैरह का भी दोनों समयां दे विच। बाकी आ अर्ली दा है ते यह लेटर दा है। क्लीयर है, इन्ना समझ आ गया कि उस समय थोड़ा थोड़ा हैगा किहो जिहा सी, ये व्यू आउण लग गया ना। चलो ठीक है, ਹੁਣ ਅਸੀਂ ਡਿਸਕਸ ਕਰਦੇ ਹਾਂ ਵੀ ਇਹ ਜਿਹੜੇ ਲੋਕ ਨੇ ਇਹ ਅਸਲ 'ਚ ਜਿਹੜੇ ਆਰੀਅਨਸ ਨੇ ਆਏ ਕਿੱਥੋਂ ਨੇ। ਠੀਕ ਹੈ, ਜਿਹੜੇ ਵੈਦਿਕ ਕਾਲ ਦੇ ਲੋਕ ਨੇ ठीक है, क्या हो जाता है ਇਹਨੂੰ। ठीक है, वैदिक काल ਦੇ ਜਿਹੜੇ ਲੋਕ ਨੇ ਇਹ ਲੋਕ ਆਏ ਕਿੱਥੋਂ। ਹੁਣ ਸਵਾਲ ਹੈ ਕਿ ਲੋਕ ਨੇ ਜਿਹੜੇ ਆਰੀਅਨਸ ਆਏ ਕਿੱਥੋਂ ਨੇ। ਠੀਕ ਹੈ, ਇਹਦੇ ਉੱਪਰ ਵੀ ਕੁਐਸਚਨ ਆਉਂਦਾ ਹੈ ਪੇਪਰ ਦੇ ਵਿੱਚ। ਠੀਕ ਹੈ, ਇਹਦੇ ਬਾਰੇ ਵੀ ਕੀ ਹੈ, ਬਹੁਤ ਸਾਰੀਆਂ ਥਿਊਰੀਜ਼ ਨੇ ਜਿਹੜੀਆਂ ਉਹ ਦਿੱਤੀਆਂ ਗਈਆਂ, ਬਹੁਤ ਸਾਰੀ ਥਿਊਰੀਜ਼ ਕੀ ਨੇ, ਦਿੱਤੀਆਂ ਗਈਆਂ ਨੇ। ਠੀਕ ਹੈ, ਤਾਂ ਹੁਣ ਅਸੀਂ ਉਹ ਕੁਝ ਜਿਹੜੀਆਂ ਇੰਪੋਰਟੈਂਟ ਨੇ ਪੇਪਰ ਪੁਆਇੰਟ ਆਫ ਵਿਊ ਨਾਲ ਉਹੀ ਅਸੀਂ ਪੜਾਂਗੇ। ਤਾਂ ਜਿਹੜੀ ਸਭ ਤੋਂ ਵੈਲਿਡ ਥਿਊਰੀ ਮੰਨੀ ਜਾਂਦੀ ਆ ਉਹ ਕਿਹਦੀ ਆ, ਪ੍ਰੋਫੈਸਰ ਮੈਕਸ ਮੂਲਰ ਦੀ। ਠੀਕ ਹੈ, ਤਾਂ ਸਭ ਤੋਂ ਪਹਿਲਾਂ ਕਿਹਦੀ ਅਸੀਂ ਪੜ੍ਹਦੇ ਹਾਂ, ਮੈਕਸ ਮੂਲਰ, ਪ੍ਰੋਫੈਸਰ ਮੈਕਸ ਮੂਲਰ। ਠੀਕ ਹੈ, ਤਾਂ ਪ੍ਰੋਫੈਸਰ ਮੈਕਸ ਮੂਲਰ ਦੀ ਜਿਹੜੀ ਥਿਊਰੀ ਹੈ ਉਹ ਕੀ ਕਹਿੰਦੀ ਹੈ। ਪ੍ਰੋਫੈਸਰ ਮੈਕਸ ਮੂਲਰ ਕਹਿੰਦਾ ਵੀ ਇਹ ਜਿਹੜੇ ਲੋਕ ਸੀਗੇ ਇਹ ਕਿੱਥੋਂ ਆਏ ਸੀਗੇ, ਮੱਧ ਏਸ਼ੀਆ ਤੋਂ ਆਏ ਹੋਏ ਲੋਕ ਨੇ। ਠੀਕ ਹੈ, ਕਿੱਥੋਂ ਆਏ ਹੋਏ ਨੇ, ਮੱਧ ਏਸ਼ੀਆ ਤੋਂ ਆਏ ਹੋਏ ਲੋਕ ਨੇ। ਠੀਕ ਹੈ, ਕਿਹੋ ਜਿਹੇ ਨੇ ਇਹ ਲੋਕ, ਕਹਿੰਦਾ ਗੋਰੇ ਨੇ ਤੇ ਬਹੁਤ ਹੀ ਰਹੀਸ ਲੱਗ ਰਹੇ ਨੇ। ਠੀਕ ਹੈ, ਬਹੁਤ ਹੀ ਰਹੀਸ ਲੈਵਿਸ਼ਿੰਗ ਲਾਈਫ ਤੇ ਲੱਗ ਰਹੇ ਨੇ। ਠੀਕ ਹੈ, ਇਹਦੇ ਬਾਰੇ ਸਾਨੂੰ ਇਹਨੂੰ ਵੈਲਿਡ ਕਿਉਂ ਮੰਨਿਆ ਗਿਆ ਵੀ ਇਹ ਮੱਧ ਏਸ਼ੀਆ ਤੋਂ ਆਏ ਨੇ, ਕਿਉਂਕਿ ਇਹਦੇ ਬਾਰੇ ਸਾਨੂੰ ਕੀ ਹੈ, ਇੱਕ ਈਰਾਨ ਦੀ ਬੁੱਕ ਵੀ ਮਿਲੀ ਹੈ। ਈਰਾਨ ਦੀ ਇੱਕ ਬੁੱਕ ਹੈ, ਕਿਹੜੀ ਹੈ ਉਹ, ਜ਼ੈਂਡ ਅਵਸਥਾ, ਜ਼ੈਂਡ ਅਵਸਥਾ। ਠੀਕ ਹੈ, ਸਾਨੂੰ ਇੱਕ ਬੁੱਕ ਮਿਲੀ ਹੈ ਈਰਾਨ ਦੀ, ਜ਼ੈਂਡ ਅਵਸਥਾ ਨਾਮ ਹੈ ਉਸ ਬੁੱਕ ਦਾ। ਉਸ ਬੁੱਕ ਦੇ ਵਿੱਚ ਰਿਗਵੇਦ ਦਾ ਜ਼ਿਕਰ ਕਰਿਆ ਗਿਆ ਹੈ। ਕਿਹਦਾ ਜ਼ਿਕਰ ਕਰਿਆ ਗਿਆ ਹੈ, ਰਿਗਵੇਦ ਦਾ। ਠੀਕ ਹੈ, ਰਿਗਵੇਦ ਦਾ ਜ਼ਿਕਰ ਕਰਿਆ ਗਿਆ। ਤਾਂ ਹੁਣ ਜੇ ਰਿਗਵੇਦ ਦਾ ਉਸ ਕਿਤਾਬ ਦੇ ਵਿੱਚ ਜ਼ਿਕਰ ਕਰਿਆ ਗਿਆ ਤਾਂ ਇਟ ਮੀਨਸ ਉੱਥੋਂ ਦੇ ਲੋਕਾਂ ਨੂੰ, ਮੱਧ ਏਸ਼ੀਆ ਦੇ ਲੋਕਾਂ ਨੂੰ ਕੀ ਹੈ, ਇੱਥੋਂ ਬਾਰੇ ਪਤਾ ਸੀ। ਠੀਕ ਹੈ, ਤੇ ਇਹੀ ਲੋਕ ਨੇ ਫਿਰ ਜਿਹੜੇ ਕਿ ਇੱਥੇ ਆ ਕੇ ਰਹਿਣ ਲੱਗੇ। ਤੇ ਉਹ ਕਹਿੰਦਾ ਵੀ ਇਹ ਜਿਹੜੇ ਲੋਕ ਨੇ ਮੱਧ ਏਸ਼ੀਆ ਤੋਂ ਆਏ, ਇਹ ਆਰੀਅਨਸ, ਇਹ ਇਕੱਠੇ ਹੀ ਨਹੀਂ ਆਏ ਵੀ ਇੱਕ ਜਾਤੀ ਉੱਥੋਂ ਉਖੜੀ ਤੇ ਆ ਕੇ ਇੱਥੇ ਭਾਰਤ ਦੇ ਵਿੱਚ ਵਸ ਗਈ। ਨਹੀਂ, ਉਹ ਕਹਿੰਦਾ ਇਹ ਥੋੜੇ ਥੋੜੇ ਗਰੁੱਪਸ ਦੇ ਵਿੱਚ ਆਏ। ਜਿਵੇਂ ਕਿ ਉੱਥੇ ਵੀ ਇਹਨਾਂ ਦੀ ਆਪਣੀ ਸੱਭਿਅਤਾ ਚੱਲ ਰਹੀ ਸੀ, ਤਾਂ ਉੱਥੇ ਹੁਣ ਕੀ ਆਪਸ ਵਿੱਚ ਲੋਕਾਂ ਦਾ ਕੀ ਹੋ ਗਿਆ, ਝਗੜੇ ਹੋਣੇ ਸ਼ੁਰੂ ਹੋ ਗਏ। ਤਾਂ ਜਦੋਂ ਇੱਕ ਸੱਭਿਅਤਾ ਵਾਲੇ ਲੋਕ ਦੂਸਰੇ ਦੇ ਉੱਪਰ ਕੀ ਹੈ, ਹਮਲਾ ਬੋਲ ਦਿੰਦੇ, ਤਾਂ ਉੱਥੋਂ ਕੀ ਹੈ, ਭੱਜ ਕੇ ਥੋੜੇ ਥੋੜੇ ਜਿਸ ਸ਼ਹਿਰ ਦੇ ਉੱਪਰ ਹਮਲਾ ਹੋ ਗਿਆ ਉੱਥੋਂ ਇਹ ਥੋੜੇ ਥੋੜੇ ਭੱਜ ਕੇ ਕੀ ਹੈ, ਭਾਰਤ ਵੱਲ ਨੂੰ ਆਉਣੇ ਸ਼ੁਰੂ ਹੋ ਗਏ। ਜਦੋਂ ਹਮਲਾ ਹੁੰਦਾ ਉੱਥੋਂ ਭੱਜ ਕੇ ਫਿਰ ਕੁਝ ਗਰੁੱਪ ਇੱਥੇ ਆ ਕੇ ਰਹਿਣ ਲੱਗ ਜਾਂਦਾ। ਤਾਂ ਹੌਲੀ ਹੌਲੀ ਕਰਕੇ ਇਹ ਕੁਝ ਥੋੜੇ ਥੋੜੇ ਗਰੁੱਪਸ ਦੇ ਵਿੱਚ ਆਏ। ਠੀਕ ਹੈ, ਕਿਵੇਂ ਆਏ ਇਹ ਲੋਕ ਨੇ ਜਿਹੜੇ ਇਹ ਆਰੀਅਨ ਸੀ, ਕਿ ਨੇ ਥੋੜੇ ਥੋੜੇ ਗਰੁੱਪਸ ਦੇ ਵਿੱਚ ਆਏ। ਠੀਕ ਹੈ, ਗਰੁੱਪਸ ਦੇ ਵਿੱਚ ਆਏ। ਇਸੇ ਕਰਕੇ ਜਿਹੜੇ ਪਹਿਲਾਂ ਵਸੇ ਹੋਏ ਸੀਗੇ ਆਏ, ਪਹਿਲਾਂ ਸਭ ਤੋਂ ਸ਼ੁਰੂਆਤ ਦੇ ਵਿੱਚ ਆਰੀਅਨਸ ਆਏ, ਤੇ ਜਿਹੜੇ ਬਾਅਦ ਵਿੱਚ ਆਏ ਉਹਨਾਂ ਦੇ ਵਿੱਚ ਵੀ ਕੀ ਹੈ, ਬਹੁਤ ਸਾਰੀਆਂ ਡਿਫਰੈਂਸਿਸ ਦੇਖਣ ਨੂੰ ਮਿਲਦੀਆਂ ਨੇ। ਤਾਂ ਜਿਹੜੇ ਪਹਿਲਾਂ ਵਸੇ ਹੋਏ ਨੇ ਉਹ ਕਹਿੰਦੇ ਨੇ ਕਿ ਅਸੀਂ ਹੀ ਅਸਲੀ ਵਸਨੀਕ ਹੈ, ਜਿਹੜੇ ਬਾਅਦ ਚੋਂ ਆਏ ਨੇ ਉਹ ਕਹਿੰਦੇ ਨੇ ਅਸੀਂ ਵੀ ਹਾਂ। ਠੀਕ ਹੈ, ਕਿਉਂਕਿ ਸਮੇਂ ਦਾ ਗੈਪ ਹੋ ਗਿਆ, ਕਿਉਂਕਿ ਉਹ ਥੋੜੇ ਥੋੜੇ ਕਰਕੇ ਕੀ ਹੈ ਆਏ। ਠੀਕ ਹੈ, ਤਾਂ ਉਹ ਕੀ ਕਹਿੰਦਾ ਮੈਕਸ ਮੂਲਰ ਵੀ ਇਹ ਥੋੜੇ ਥੋੜੇ ਕਰਕੇ ਆਏ, ਪਰ ਆਏ ਕਿੱਥੋਂ, ਮੱਧ ਏਸ਼ੀਆ ਤੋਂ। ਇਹੀ ਜ਼ਿਆਦਾਤਰ ਥਿਊਰੀ ਮੰਨੀ ਜਾਂਦੀ ਹੈ। ਪਰ ਇਹ ਤੋਂ ਬਿਨਾਂ ਇੱਕ ਦੋ ਸਵਾਲ ਜਿਹੜੇ ਨੇ ਉਹ ਪੇਪਰ ਦੇ ਵਿੱਚ ਹੋਰ ਵੀ ਪੁੱਛੇ ਗਏ ਨੇ। ਉਹ ਇਹ ਸੀਗਾ ਵੀ ਜਿਹੜਾ ਬਾਲ ਗੰਗਾਧਰ ਤਿਲਕ ਨੇ ਉਹਨਾਂ ਨੇ ਵੀ ਆਪਣੀ ਇਸ ਬਾਰੇ ਥਿਊਰੀ ਦਿੱਤੀ ਹੈ। ਠੀਕ ਹੈ, ਬਾਲ ਗੰਗਾਧਰ ਤਿਲਕ ਨੇ ਜਿਹੜੇ ਉਹ ਕੀ ਕਹਿੰਦੇ ਸੀ ਵੀ ਜਿਹੜੇ ਇਹ ਆਰੀਅਨਸ ਨੇ ਇਹ ਕਿੱਥੋਂ ਆਏ ਨੇ। ਬਾਲ ਗੰਗਾਧਰ ਤਿਲਕ ਦਾ ਕਹਿਣਾ ਸੀ ਵੀ ਜਿਹੜੇ ਇਹ ਆਰੀਅਨਸ ਨੇ ਉਹ ਕਿੱਥੋਂ ਆਏ ਨੇ, ਨਾਰਥ ਪੋਲ ਤੋਂ ਆਏ ਨੇ।
कित्थों आए ने ये नॉर्थ पोल तो आए ने, ठीक है, नॉर्थ पोल तो आए ने, ठीक है, यानी कि आर्कटिक तो ये आए हुए ने, ठीक है जी। ते सिमिलरली ਜਿਹੜੇ दयानंद सरस्वती ਸੀਗੇ ਉਹਨਾਂ ਨੇ ਵੀ ਆਪਣੀ ਥਿਊਰੀ ਦਿੱਤੀ ਹੈ ਇਸ ਬਾਰੇ, ਠੀਕ ਹੈ, दयानंद सरस्वती। ਤਾਂ ਜਿਹੜੇ दयानंद सरस्वती ਨੇ ਉਹਨਾਂ ਨੇ ਕਿਹਾ ਵੀ ਇਹ ਜਿਹੜੇ ਲੋਕ ਨੇ ਇਹ ਕਿੱਥੋਂ ਆਏ ਨੇ, ਇਹ ਤਿੱਬਤ ਤੋਂ ਆਏ ਨੇ, ਠੀਕ ਹੈ, ਕਿੱਥੋਂ ਆਏ ਨੇ ਇਹ ਲੋਕ ਤਿੱਬਤ ਤੋਂ ਆਏ ਨੇ, ਠੀਕ ਹੈ। ਤਾਂ ਇਸ ਤਰੀਕੇ ਨਾਲ ਅੱਡ-ਅੱਡ ਲੋਕਾਂ ਨੇ ਇਹਨਾਂ ਬਾਰੇ ਅੱਡ-ਅੱਡ ਥਿਊਰੀ ਦਿੱਤੀ ਕਿ ਇਹ ਇੱਥੋਂ ਆਏ ਨੇ, ਇਹ ਇੱਥੋਂ ਆਏ ਨੇ, ਇਹ ਇੱਥੋਂ ਆਏ ਨੇ, ਹੋਰ ਵੀ ਬਹੁਤ ਸਾਰੇ ਲੋਕ ਨੇ, ਪਰ ਸਾਡੇ ਪੇਪਰ ਪੁਆਇੰਟ ਆਫ ਵਿਊ ਨਾਲ ਇਹ ਤਿੰਨ ਹੀ ਇੰਪੋਰਟੈਂਟ ਨੇ। ਔਰ ਜਿਹੜੀ ਵੈਲਿਡ ਮੰਨੀ ਜਾਂਦੀ ਹੈ ਸਭ ਤੋਂ ਜ਼ਿਆਦਾ ਉਹ ਇਹੀ ਹੈ ਕਿ ਇਹ ਮੱਧ ਏਸ਼ੀਆ ਤੋਂ ਆਏ ਨੇ, ਕਿਉਂਕਿ ਇਹਦੇ ਬਾਰੇ ਸਾਨੂੰ ਕੀ ਹੈ ਕੁਛ ਨਾ ਕੁਛ ਪ੍ਰਮਾਣ ਵੀ ਮਿਲੇ ਨੇ, ਠੀਕ ਹੈ। ਕਿਉਂਕਿ ਜਿਹੜਾ ਰਿਗਵੈਦ ਸੀਗਾ, ਦੇਖੋ ਰਿਗਵੈਦ ਦੇ ਕਾਲ ਦੇ ਵਿੱਚ ਜ਼ਿਆਦਾਤਰ ਕੀ ਹੈ ਵੇਦਾਂ ਦੀ ਰਚਨਾ ਇਸੇ ਕਾਲ ਦੇ ਵਿੱਚ ਹੋਈ, ਠੀਕ ਹੈ, ਵੇਦਾਂ ਦੀ ਵੇਦ ਨੇ ਜਿਹੜੇ ਜ਼ਿਆਦਾਤਰ ਉਹ ਕੀ ਹੈ ਇੱਥੇ ਹੀ ਲਿਖੇ ਗਏ ਨੇ, ਠੀਕ ਹੈ। ਇਹਦੇ ਵਿੱਚ ਸਿਰਫ ਇੱਕੋ ਹੀ ਵੇਦ ਲਿਖਿਆ ਗਿਆ, ਉਹ ਸੀਗਾ ਅਥਰਵੇਦ, ਠੀਕ ਹੈ। ਜਦੋਂ ਆਪਾਂ ਵੇਦਾਂ ਬਾਰੇ ਪੜਾਂਗੇ ਉਦੋਂ ਇਹਨੂੰ ਜਾਣਾਂਗੇ, ਕਲੀਅਰ ਹੈ। ਤਾਂ ਇਹ ਪਤਾ ਲੱਗ ਗਿਆ ਵੀ ਇਹ ਜਿਹੜੇ ਲੋਕ ਸੀਗੇ ਇਹ ਕਿੱਥੋਂ ਕਿੱਥੋਂ ਆਏ ਹੋਏ ਸੀ। ਮੈਕਸ ਮੂਲਰ ਦੇ ਅਕੋਰਡਿੰਗ ਮੱਧ ਏਸ਼ੀਆ ਤੋਂ ਆਏ, ਬਾਲ ਗੰਗਾਧਰ ਤਿਲਕ ਦੇ ਅਕੋਰਡਿੰਗ ਇਹ ਆਰਕਟਿਕ ਤੋਂ ਆਏ, ਨੌਰਥ ਪੋਲ ਤੋਂ, ਤੇ दयानंद सरस्वती ਦੇ ਅਕੋਰਡਿੰਗ ਇਹ ਕਿੱਥੋਂ ਆਏ ਨੇ ਤਿੱਬਤ ਤੋਂ ਆਏ ਨੇ, ਕਲੀਅਰ ਹੈ। ਚਲੋ ਅੱਗੇ ਚਲੀਏ, ਹੁਣ ਅੱਗੇ ਦੇਖ ਲੈਂਦੇ ਆ ਵੀ ਉਸ ਸਮੇਂ ਜਿਹੜਾ ਵੈਦਿਕ ਕਾਲ ਦੇ ਸਮੇਂ ਕੁਝ ਚੀਜ਼ਾਂ ਕਿਹੋ ਜਿਹੀਆਂ ਸੀ, ਠੀਕ ਹੈ, ਉਹਨਾਂ ਦੇ ਉੱਪਰ ਅਸੀਂ ਹੁਣ ਚਰਚਾ ਕਰਦੇ ਹਾਂ, ਠੀਕ ਹੈ। ਤਾਂ ਵੈਦਿਕ ਕਾਲ ਦੇ ਸਮੇਂ ਜਿਹੜਾ ਸਮਾਜ ਸੀਗਾ, ਪਹਿਲਾਂ ਅਸੀਂ ਸਮਾਜ ਯਾਨੀ ਕਿ ਸੁਸਾਇਟੀ ਨੂੰ ਦੇਖ ਲੈਂਦੇ ਹਾਂ, ਜਿਹੜਾ ਸਮਾਜ ਸੀਗਾ ਉਹ ਕਿਹੋ ਜਿਹਾ ਸੀ, ਠੀਕ ਹੈ। ਜਿਹੜਾ ਵੈਦਿਕ ਕਾਲ ਦੇ ਸਮੇਂ ਸਮਾਜ ਸੀਗਾ ਉਹ 4 ਕੈਟਾਗਰੀ ਦੇ ਵਿੱਚ ਵੰਡਿਆ ਹੋਇਆ ਸੀ। 4 ਕੈਟਾਗਰੀ ਕਿਹੜੀਆਂ ਸੀਗੀਆਂ? ਪਹਿਲੀ ਸੀ ਬ੍ਰਾਹਮਣ, ਠੀਕ ਹੈ, ਜਿਹੜੀ ਕਿ ਪੂਜਾ ਪਾਠ ਕਰਵਾਉਂਦੇ ਨੇ, ਤੇ ਇਹ ਕੈਟਾਗਰੀ ਦੇ ਲੋਕਾਂ ਨੂੰ ਸਭ ਤੋਂ ਉੱਪਰ ਮੰਨਿਆ ਜਾਂਦਾ ਸੀ। ਦੂਸਰਾ ਸੀਗਾ ਸਾਡਾ ਛਤਰੀਏ, ਰਾਜਾ ਲੋਕ ਜਿਹੜੇ ਕਿ ਜੰਗਾਂ ਵਗੈਰਾ ਤੇ ਜਾਂਦੇ ਸੀ, ਇਹਨਾਂ ਨੂੰ ਆਪਣੇ ਉੱਪਰਲੀ ਪੂਜਾ ਪਾਠ ਕਰਨ ਲਈ ਉੱਪਰਲੀ ਕੈਟਾਗਰੀ ਦੇ ਲੋਕਾਂ ਦੀ ਲੋੜ ਪੈਂਦੀ ਸੀ, ਯਾਨੀ ਕਿ ਬ੍ਰਾਹਮਣ ਤੋਂ ਨੀਚੇ ਹੋ ਗਏ ਇਹ ਛਤਰੀਏ ਤੋਂ ਬਾਅਦ ਆਉਂਦੇ ਨੇ ਸਾਡੇ ਵੈਸ਼ ਮਤਲਬ ਜਿਹੜਾ ਕਿ ਬਿਜ਼ਨਸ ਕਰਦੇ ਨੇ, ਵਪਾਰ ਕਰਦੇ ਨੇ ਉਹ ਲੋਕ, ਠੀਕ ਹੈ। ਤਾਂ ਚੌਥੇ ਸੀਗੇ ਸਾਡੇ ਸ਼ੂਦਰ, ਠੀਕ ਹੈ, ਚੌਥੇ ਕੌਣ ਸੀ? ਸ਼ੂਦਰ। ਤਾਂ ਸਮਾਜ ਜਿਹੜਾ ਸੀਗਾ ਉਸ ਸਮੇਂ 4 ਕੈਟਾਗਰੀਜ਼ ਦੇ ਵਿੱਚ ਵੰਡਿਆ ਹੋਇਆ ਸੀ। ਪਹਿਲਾ ਕਿਹੜਾ ਸੀਗਾ? ਬ੍ਰਾਹਮਣ, ਫਿਰ क्षत्रिय ਤੇ ਫਿਰ ਵੈਸ਼ ਤੇ ਚੌਥਾ ਸੀਗਾ ਸਾਡਾ ਸ਼ੂਦਰ, ਠੀਕ ਹੈ ਜੀ, ਯਾਦ ਰੱਖਣਾ ਹੈ ਸ਼ੂਦਰ ਦੇ ਵਿੱਚ, ਠੀਕ ਹੈ। ਬ੍ਰਾਹਮਣ ਨੂੰ ਨੰਬਰ 1 ਤੇ ਰੱਖਿਆ ਜਾਂਦਾ ਸੀ, क्षत्रिय ਦੀ ਜਿਹੜੀ ਵੈਲਿਊ ਸੀ ਨੰਬਰ 2 ਤੇ ਵੈਸ਼ ਦੀ ਜਿਹੜੀ ਸੀ 3 ਤੇ ਜਿਹੜਾ ਸ਼ੂਦਰ ਸੀ ਉਹਨੂੰ ਚੌਥੀ ਦੇ ਵਿੱਚ ਰੱਖਿਆ ਜਾਂਦਾ ਸੀ। ਕੁੱਲ ਮਿਲਾ ਕੇ ਇਹ ਕਹਿ ਸਕਦੇ ਆ ਵੀ ਇਹਨਾਂ ਤਿੰਨਾਂ ਦਾ ਲਾਈਫ ਸਟਾਈਲ ਇੱਕ ਸੀ ਤੇ ਸ਼ੂਦਰ ਦਾ ਇੱਕ ਸੀ। ਜਿਹੜਾ ਸ਼ੂਦਰ ਸੀ ਉਹਨੂੰ ਥੋੜਾ ਜਿਹਾ ਕੀ ਹੈ ਨੀਵਾਂ ਕੰਸੀਡਰ ਕਰਿਆ ਜਾਂਦਾ ਸੀ। ਨੀਵਾਂ ਕਿਸ ਤਰ੍ਹਾਂ ਕੰਸੀਡਰ ਕਰਦੇ ਸੀ? ਉਸ ਸਮੇਂ ਇਹਨਾਂ ਨੂੰ ਕੀ ਹੈ ਪੜ੍ਹਨ ਦਾ ਅਧਿਕਾਰ ਵੀ ਨਹੀਂ ਸੀ, ਖਾਣਾ ਪੀਣਾ ਜਿਹੜਾ ਸੀ ਉਹ ਵੀ ਆਮ ਲੋਕਾਂ ਤੋਂ ਵੱਖ ਬੈਠ ਕੇ ਇਹ ਖਾਂਦੇ ਸੀ। ਇਹ ਹਾਲਾਂਕਿ ਹੁਣ ਵੀ ਹੈ, ਸਮਾਜ ਦੀ ਸਾਡੀ ਬਹੁਤ ਵੱਡੀ ਕੁਰੀਤੀ ਹੈ ਇਹ ਹਾਲੇ ਵੀ ਚੱਲਦੀ ਆ ਰਹੀ ਹੈ ਕਿ ਜਿਹੜੇ ਸ਼ੂਦਰ ਲੋਕ ਨੇ ਉਹਨਾਂ ਨੂੰ ਲੋਕ ਨੀਵੀਂ ਨਜ਼ਰ ਦੇ ਨਾਲ ਦੇਖਦੇ ਨੇ, ਠੀਕ ਹੈ ਜੀ। ਤਾਂ ਉਸ ਸਮੇਂ ਇਹਨਾਂ ਨੂੰ ਸ਼ੂਦਰ ਨੂੰ ਪੜ੍ਹਨ ਲਿਖਣ ਦਾ ਕੋਈ ਵੀ ਅਧਿਕਾਰ ਨਹੀਂ ਸੀ। ਆਮ ਇਹਨਾਂ ਤਿੰਨਾਂ ਕੈਟਾਗਰੀ ਦੇ ਲੋਕਾਂ ਦੇ ਵਿੱਚ ਬੈਠਣ ਦਾ ਵੀ ਅਧਿਕਾਰ ਨਹੀਂ ਸੀ, ਠੀਕ ਹੈ। ਇਸੇ ਕਰਕੇ ਇਹਨੂੰ ਕੀ ਬੋਲਿਆ ਜਾਂਦਾ ਸੀ? ਅਕੀਜਾ। ਇਹਨੂੰ ਕੀ ਬੋਲਦੇ ਸੀ? ਅਕੀਜਾ। ਤੇ ਇਹਨੂੰ ਕੀ ਬੋਲਦੇ ਸੀ? ਦਵੀਜਾ। ਹੁਣ ਇਹ ਅਕੀਜਾ ਤੇ ਦਵੀਜਾ ਕੀ ਹੈ? ਅਕੀਜਾ ਦਾ ਮਤਲਬ ਹੁੰਦਾ ਹੈ ਇੱਕ ਵਾਰ ਜਨਮ, ਇੱਕ ਵਾਰ ਜਨਮ, ਹੈ ਨਾ, ਯਾਨੀ ਕਿ ਜਿਹੋ ਜਿਹਾ ਹੋ ਗਿਆ ਬਸ ਉਹੀ ਤੁਹਾਡੀ ਕੀ ਹੈ ਰਹਿਣੀ ਸਹਿਣੀ ਹੈ, ਰੱਬ ਨੇ ਜਿਹੋ ਜਿਹਾ ਦੇਤਾ, ਠੀਕ ਹੈ। ਦਵੀਜਾ ਦਾ ਮਤਲਬ ਹੈ 2 ਵਾਰ ਜਨਮ, 2 ਵਾਰ ਜਨਮ। ਹੁਣ 2 ਵਾਰ ਜਨਮ ਕਿਵੇਂ? ਦੇਖੋ, ਇੱਕ ਤਾਂ ਜਿਹੜਾ ਪਰਮਾਤਮਾ ਵੱਲੋਂ ਸਾਨੂੰ ਜਨਮ ਹੋ ਗਿਆ, ਦੂਸਰਾ ਜਨਮ ਅਸੀਂ ਜਦੋਂ ਪੜ੍ਹ ਲਿਖ ਜਾਂਦੇ ਆ ਉਹ ਵੀ ਸਾਡਾ ਕੀ ਹੈ ਇੱਕ ਦੂਸਰਾ ਜਨਮ ਹੋ ਜਾਂਦਾ ਹੈ। ਇਨਸਾਨ ਅਨਪੜ੍ਹ ਤੇ ਪੜ੍ਹੇ ਲਿਖੇ 'ਚ ਬਹੁਤ ਹੀ ਫਰਕ ਆ ਜਾਂਦਾ ਹੈ,
ठीक है। ਤੁਸੀਂ ਇੱਕ ਬੰਦੇ ਨੂੰ 20 ਸਾਲ ਤੱਕ ਅਨਪੜ੍ਹ ਰੱਖੋ ਤੇ 20 ਸਾਲ ਬਾਅਦ ਤੋਂ ਬਾਅਦ ਉਹਨੂੰ ਪੜ੍ਹਾਉਣਾ ਲਿਖਾਉਣਾ ਸ਼ੁਰੂ ਕਰੋ, ਤਾਂ ਉਹ ਜਿਹੜਾ ਤੁਹਾਨੂੰ ਜਾਨਵਰ ਦੀ ਤਰ੍ਹਾਂ ਦਿਖਦਾ ਸੀ ਉਹ ਹੁਣ ਕੀ ਹੈ, ਇੱਕ ਬਹੁਤ ਹੀ ਸਮਝਦਾਰ ਇਨਸਾਨ ਦਿਖੇਗਾ। ਠੀਕ ਹੈ, ਤਾਂ ਇੱਕ ਕਿਸਮ ਨਾਲ ਉਹਦਾ ਕੀ ਹੈ, ਨਵਾਂ ਜਨਮ ਹੀ ਹੋ ਜਾਂਦਾ ਹੈ। ਠੀਕ ਹੈ, ਤਾਂ ਇਹ ਕਿਹਾ ਜਾਂਦਾ ਹੈ ਵੀ ਇਹਨਾਂ ਨੂੰ ਪੜ੍ਹਨ ਲਿਖਣ ਦਾ ਅਧਿਕਾਰ ਸੀ, ਯਾਨੀ ਕਿ ਇਹਨਾਂ ਦਾ ਜਨਮ 2 ਵਾਰ ਹੁੰਦਾ ਸੀ। ਇਹ ਕਿਸ ਕੈਟਾਗਰੀ ਵਿੱਚ ਆਉਂਦੇ ਸੀ, ਦਵੀਜਾ ਦੇ ਵਿੱਚ। ਤੇ ਇਹਨਾਂ ਦਾ ਇੱਕ ਵਾਰੀ ਜਨਮ ਜਿਹੜਾ ਰੱਬ ਵੱਲੋਂ ਹੋ ਗਿਆ, ਬਸ ਉਸੇ ਤਰੀਕੇ ਨਾਲ ਇਹਨਾਂ ਨੇ ਜ਼ਿੰਦਗੀ ਫਿਰ ਕੱਟਣੀ ਹੈ, ਇਹਨਾਂ ਨੂੰ ਪੜ੍ਹਨ ਦਾ ਕੋਈ ਅਧਿਕਾਰ ਨਹੀਂ। ਇਸੇ ਕਰਕੇ ਇਹਨਾਂ ਨੂੰ ਕਿਹੜੀ ਟਰਮ ਦਿੱਤੀ ਗਈ, ਅਕੀਜਾ। ਇਹਨਾਂ ਨੂੰ ਕੀ ਬੋਲਿਆ ਗਿਆ, ਅਕੀਜਾ ਬੋਲਿਆ ਗਿਆ। ਠੀਕ ਹੈ, ਤਾਂ ਅਕੀਜਾ ਤੇ ਦਵੀਜਾ ਇਹਨਾਂ ਦੇ ਪਰ ਪੇਪਰ 'ਚ ਸਵਾਲ ਆਇਆ ਹੋਇਆ ਹੈ। ਠੀਕ ਹੈ ਜੀ, ਕਲੀਅਰ ਹੈ। ਤਾਂ ਸਮਾਜ ਪਤਾ ਲੱਗ ਗਿਆ 4 ਕੈਟਾਗਰੀ ਦੇ ਵਿੱਚ ਸੀ, ਕਿਹੜਾ, ਬ੍ਰਾਹਮਣ, क्षत्रिय, ਵੈਸ਼ ਤੇ ਸ਼ੂਦਰ। ਠੀਕ ਹੈ ਜੀ, ਸ਼ੂਦਰ ਇਹਨਾਂ ਚੋਂ ਸਭ ਤੋਂ ਨੀਵਾਂ ਮੰਨਿਆ ਜਾਂਦਾ ਸੀ। ਉਸ ਤੋਂ ਬਾਅਦ ਅਸੀਂ ਪੜ੍ਹ ਲੈਂਦੇ ਹਾਂ ਯੱਗ। ਯੱਗ ਯਾਨੀ ਕਿ ਹਵਨ, ਹੈ ਨਾ, ਹਵਨ ਜਾਂ ਫਿਰ ਯੱਗ। ਤਾਂ ਯੱਗ ਜਿਹੜੇ ਸੀਗੇ ਉਸ ਸਮੇਂ ਉਹ ਕਿੰਨੀ ਕੈਟਾਗਰੀ ਦੇ ਸੀ, ਉਸ ਸਮੇਂ ਜਿਹੜੇ ਯੱਗ ਸੀਗੇ ਬੱਚੇ ਉਹ 3 ਕੈਟਾਗਰੀ ਦੇ ਮੰਨੇ ਜਾਂਦੇ ਸੀ। ਤਾਂ ਹਵਨ ਜਿਹੜੇ ਪੂਜਾ ਪਾਠ ਹਵਨ ਹੁੰਦੇ ਸੀ ਉਹ ਕਿੰਨੀ ਤਰ੍ਹਾਂ ਦੇ ਹੁੰਦੇ ਸੀ, 3 ਤਰ੍ਹਾਂ ਦੇ ਯੱਗ ਕਰਾਏ ਜਾਂਦੇ ਸੀ। ਕਿਹੜੇ ਕਿਹੜੇ ਯੱਗ ਸੀ, ਇੱਕ ਤਾਂ ਸੀ ਅਸ਼ਵਮੇਘ, ਅਸ਼ਵਮੇਘ ਯੱਗ। ਠੀਕ ਹੈ, ਦੂਸਰਾ ਸੀ ਸਾਡਾ ਵਾਜਪਾਈ ਯੱਗ, ਵਾਜਪਾਈ, ਵਾਜਪਾਈ ਯੱਗ। ਤੀਸਰਾ ਸੀ ਸਾਡਾ ਰਾਜ ਅਭਿਸ਼ੇਕ ਯੱਗ, ਰਾਜ ਅਭਿਸ਼ੇਕ। ਠੀਕ ਹੈ, ਤਾਂ 3 ਤਰ੍ਹਾਂ ਦੇ ਕੀ ਸੀਗੇ ਉਸ ਸਮੇਂ ਯੱਗ ਜਾਂ ਫਿਰ ਹਵਨ ਹੁੰਦੇ ਸੀ। ਠੀਕ ਹੈ, ਹੁਣ ਇਹ ਕਿਵੇਂ ਸੀ, ਕੀ ਕੀ ਹੁੰਦਾ ਸੀ ਇਹਨਾਂ ਦੇ ਵਿਚਕਾਰ। ਠੀਕ ਹੈ, ਜਿਹੜਾ ਅਸ਼ਵਮੇਘ ਯੱਗ ਹੈ, ਅਸ਼ਵਮੇਘ ਯੱਗ ਕਾਦੇ ਲਈ ਹੁੰਦਾ, ਅਸ਼ਵਮੇਘ ਯੱਗ ਜਿਹੜਾ ਸੀ ਇਹ ਯੁੱਧ ਨੂੰ ਦਰਸਾਉਂਦਾ ਸੀ। ਜਦੋਂ ਕਿਸੇ ਰਾਜੇ ਨੇ ਯੁੱਧ ਕਰਨਾ ਹੁੰਦਾ ਤਾਂ ਉਹ ਕੀ ਕਰਾਉਂਦਾ ਸੀ, ਅਸ਼ਵਮੇਘ ਯੱਗ ਕਰਾਉਂਦਾ ਸੀ। ਯਾਨੀ ਕਿ ਇੱਕ ਘੋੜਾ ਹੁੰਦਾ ਸੀ, ਉਹਨੂੰ ਕੀ ਹੈ, ਛੱਡ ਦਿੱਤਾ ਜਾਂਦਾ ਸੀ, ਕਿ ਉਹ ਘੋੜੇ ਨੂੰ ਖੁੱਲਾ ਛੱਡ ਦਿੱਤਾ ਜਾਂਦਾ ਸੀ। ਜਿਸ ਏਰੀਏ ਦੇ ਵਿੱਚ ਦੀ ਉਹ ਲੰਘਦਾ ਸੀ ਉਹ ਏਰੀਆ ਉਸ ਰਾਜੇ ਦਾ ਜਿੱਤ ਲਿਆ ਮੰਨਿਆ ਜਾਂਦਾ ਸੀ, ਕਿ ਉਸ ਰਾਜੇ ਨੇ ਉਸ ਏਰੀਏ ਨੂੰ ਬਿਨਾਂ ਲੜੇ ਹੀ ਜਿੱਤ ਲਿਆ। ਪਰ ਜੇ ਕਿਸੇ ਨੇ ਉਸ ਘੋੜੇ ਨੂੰ ਰੋਕਤਾ ਤਾਂ ਇਹਦਾ ਮਤਲਬ ਕੀ ਹੈ, ਉਸ ਇਲਾਕੇ ਦੇ ਰਾਜੇ ਨੂੰ ਉੱਥੋਂ ਦੇ ਰਾਜੇ ਜਿਹਦਾ ਘੋੜਾ ਸੀ ਉਹਦੇ ਨਾਲ ਯੁੱਧ ਕਰਨਾ ਪਊਗਾ। ਠੀਕ ਹੈ, ਤਾਂ ਉਹ ਯੁੱਧ ਦੇ ਵਿੱਚ ਅਗਰ ਜਿੱਤ ਜਾਂਦਾ ਫਿਰ ਉਹ ਘੋੜਾ ਉੱਥੋਂ ਵਾਪਿਸ ਹੋ ਜਾਂਦਾ, ਤੇ ਅਦਰਵਾਈਜ਼ ਫਿਰ ਕੀ ਹੈ, ਜੇ ਹਾਰ ਜਾਂਦਾ ਤਾਂ ਉਹ ਵੀ ਕੀ ਹੈ, ਉਹਦੇ ਰਾਜ ਵਿੱਚ ਮਿਲਾ ਲਿਆ ਜਾਂਦਾ। ਤਾਂ ਅਸ਼ਵਮੇਘ ਯੱਗ ਦਾ ਮਤਲਬ ਸਮਝ ਗਏ। ਠੀਕ ਹੈ, ਅਸ਼ਵਮੇਘ ਯੱਗ ਦਾ ਮਤਲਬ ਕੀ ਹੈ, ਇਹ ਯੁੱਧ ਲਈ ਹੁੰਦਾ ਸੀ, ਜਿਹਦੇ ਵਿੱਚ ਕੀ ਹੈ, ਇੱਕ ਘੋੜਾ ਛੱਡ ਦਿੱਤਾ ਜਾਂਦਾ ਸੀ। ਜਿਵੇਂ ਆਪਾਂ ਕਹਿੰਦੇ ਨਹੀਂ ਵੀ ਰੋਕ ਕੇ ਦਿਖਾ ਲੈ, ਠੀਕ ਹੈ, ਵੀ ਲੈ ਮੈਂ ਤਾਂ ਛੱਡਤਾ, ਰੋਕ ਕੇ ਦਿਖਾ ਲੈ ਜਿੱਥੇ ਤੱਕ ਰੋਕ ਸਕਦਾ। ਠੀਕ ਹੈ, ਤਾਂ ਜਿੱਥੇ ਤੱਕ ਭੱਜ ਲਿਆ ਉੱਥੇ ਤੱਕ ਮੇਰਾ, ਜਿੱਥੇ ਤੂੰ ਰੋਕ ਲਿਆ ਫਿਰ ਆ ਜਾ ਕਰ ਲੈ ਯੁੱਧ। ਠੀਕ ਹੈ ਜੀ, ਤਾਂ ਉਸ ਤਰੀਕੇ ਦਾ ਹੈ। ਠੀਕ ਹੈ, ਅਸ਼ਵਮੇਘ ਯੱਗ। ਦੂਜਾ ਹੈ ਵਾਜਪਾਈ ਯੱਗ। ਵਾਜਪਾਈ ਯੱਗ ਉਹ ਯੱਗ ਹੈ ਜਿਹੜਾ ਕਿ ਕੀ ਹੈ, ਸ਼ਕਤੀ ਪ੍ਰਦਰਸ਼ਨ ਲਈ ਹੁੰਦਾ ਸੀ, ਸ਼ਕਤੀ, ਆਪਣੀ ਸ਼ਕਤੀ ਨੂੰ ਦਰਸਾਉਣ ਲਈ। ਠੀਕ ਹੈ, ਅੱਜ ਦੇ ਸਮੇਂ 'ਚ ਵੀ ਇਹ ਕੀ ਹੈ, ਦੋਨੋਂ ਯੱਗ ਹੁੰਦਾ ਹੈ। ਕਿਹੜਾ ਯੱਗ, ਵਾਜਪਾਈ ਯੱਗ। ਸ਼ਕਤੀ ਪ੍ਰਦਰਸ਼ਨ ਕਿਵੇਂ, 15 ਅਗਸਤ ਵਾਲੇ ਦਿਨ ਕੀ ਹੁੰਦਾ, 15 ਅਗਸਤ ਵਾਲੇ ਦਿਨ ਭਾਰਤ ਵੱਲੋਂ ਅਸੀਂ ਸਾਰਾ ਕੁਝ ਦਿਖਾਉਂਦੇ ਹਾਂ ਨਾ, ਕਿ ਸਾਡੇ ਕੋਲ ਇਹ ਤੋਪ ਹੈ, ਇਹ ਜਹਾਜ਼ ਨੇ, ਇਹ ਰਾਈਫਲਸ ਨੇ ਸਾਡੇ ਕੋਲ। ਉਹ ਸਾਰਾ ਜਿਹੜਾ ਕੁਝ ਅਸੀਂ ਦਿਖਾ ਰਹੇ ਹਾਂ ਉਹ ਕੀ ਹੈ, ਸਾਡਾ ਸ਼ਕਤੀ ਪ੍ਰਦਰਸ਼ਨ ਹੀ ਤਾਂ ਹੋ ਰਿਹਾ ਹੈ ਨਾ, ਕਿ ਭਾਰਤ ਦੀ ਇਹ ਸ਼ਕਤੀ ਹੈ, ਉਹਦੇ ਕੋਲ ਇਹ ਸਾਰੀਆਂ ਚੀਜ਼ਾਂ ਇਨਵੋਲਵ ਨੇ। ਠੀਕ ਹੈ, ਤਾਂ ਉਹ ਕੀ ਹੈ, ਸ਼ਕਤੀ ਪ੍ਰਦਰਸ਼ਨ ਦਾ ਯੱਗ ਹੈ। ਕਿਹੜਾ, ਵਾਜਪਾਈ ਯੱਗ। ਤਾਂ ਵਾਜਪਾਈ ਯੱਗ ਜਿਹੜਾ ਹੈ ਉਹ ਅੱਜ ਵੀ ਹੁੰਦਾ ਹੈ। ਠੀਕ ਹੈ, ਤੀਸਰਾ ਹੈ ਸਾਡਾ ਰਾਜ ਅਭਿਸ਼ੇਕ। ਰਾਜ ਅਭਿਸ਼ੇਕ ਹੁੰਦਾ ਹੈ ਰਾਜ ਤਿਲਕ ਹੋਣਾ, ਜਦੋਂ ਜਿੱਤ ਜਾਂਦਾ ਹੈ ਫਿਰ ਕੀ ਹੈ, ਰਾਜ ਤਿਲਕ ਕੀਤਾ ਜਾਂਦਾ ਹੈ। ਠੀਕ ਹੈ, ਤਾਂ ਰਾਜ ਤਿਲਕ ਕੀ ਹੈ, ਰਾਜ ਅਭਿਸ਼ੇਕ ਯੱਗ। ਠੀਕ ਹੈ, ਕਲੀਅਰ ਹੈ। ਤਾਂ ਇਹ ਵੀ ਯੱਗ ਅੱਜ ਹੁੰਦਾ ਹੈ। ਕਿਵੇਂ, ਰਾਜ ਅਭਿਸ਼ੇਕ, ਪ੍ਰਧਾਨ ਮੰਤਰੀ ਚੁਣ ਲਏ ਗਏ, ਜਦੋਂ ਸਾਡੇ ਪ੍ਰਧਾਨ ਮੰਤਰੀ ਬਣੇ ਫਿਰ ਉਹਨਾਂ ਦਾ ਕੀ ਹੋ ਗਿਆ, ਨਰਿੰਦਰ ਮੋਦੀ ਜੀ ਦਾ ਰਾਜ ਅਭਿਸ਼ੇਕ, ਰਾਜ ਤਿਲਕ ਕੀਤਾ ਗਿਆ। ਤਾਂ ਉਹ ਵੀ ਕੀ ਹੈ, ਸਾਡਾ ਰਾਜ ਅਭਿਸ਼ੇਕ ਯੱਗ। ਠੀਕ ਹੈ, ਤਾਂ 2 ਯੱਗ, ਵਾਜਪਾਈ ਤੇ ਰਾਜ ਅਭਿਸ਼ੇਕ ਅੱਜ ਵੀ ਹੁੰਦੇ ਨੇ। ਠੀਕ ਹੈ, ਤਾਂ ਅੱਜ ਦੀ ਸਿਚੁਏਸ਼ਨ ਨਾਲ ਕੰਪੇਅਰ ਕਰਕੇ ਸਮਝ ਰਹੇ ਹੋ ਨਾ ਕਿ ਯੱਗ ਕੀ ਸੀਗੇ। ਪਹਿਲਾਂ ਕਿਹੜੇ ਯੱਗ ਹੁੰਦੇ ਸੀ, 3, ਅਸ਼ਵਮੇਘ, ਵਾਜਪਾਈ ਤੇ
राज्य अभिषेक, इन्हां चों 2 यज्ञ अज भी हुंदे ने, शक्ति प्रदर्शन वाला ते राज तिलक वाला। ठीक है, तो हवन पता चल गया। हुण असीं अगे करदे हां मीटिंग्स। ठीक है, मीटिंग्स या फिर पंचायत कह सकते हैं। ठीक है, पंचायत या फिर मीटिंग्स। क्लीयर है। तो उस समय ਜਿਹੜੀਆਂ ਪੰਚਾਇਤਾਂ ਸੀ ਉਹ ਵੀ ਕੀ ਸੀਗੀਆਂ, 3 ਤਰ੍ਹਾਂ ਦੀਆਂ ਹੀ ਹੁੰਦੀਆਂ ਸੀ। ਉਸ ਸਮੇਂ ਜਿਹੜੀਆਂ ਪੰਚਾਇਤਾਂ ਸੀ ਉਹ ਕਿੰਨੀ ਤਰ੍ਹਾਂ ਦੀਆਂ ਸੀਗੀਆਂ, 3 ਤਰ੍ਹਾਂ ਦੀਆਂ ਹੀ ਹੁੰਦੀਆਂ ਸੀ, ਯਾਨੀ ਕਿ 3 ਤਰ੍ਹਾਂ ਦੀ ਮੀਟਿੰਗ ਕਰਵਾਈ ਜਾਂਦੀ ਸੀ। ਕਿਹੜੀ ਕਿਹੜੀ ਸੀ? ਇੱਕ ਸੀ ਸਭਾ, दूसरी है समिति ते तीसरी है विदत। ठीक है, क्लियर है। तो पंचायत जिहड़ी है उस समय किन्नियां हुंदियां सी, 3 तरह दियां, सभा, समिति ते विदत। हुण इन्हां तिन्नां दे विच हुंदा की सी? देखो जिहड़ी सभा है, सभा जिहड़ी सी वो किसी आम लोकां लई हुंदी सी, आम लोकां लई। ठीक है, जिवें पिंड दे आम लोग इकट्ठे होके की बुलाउण, एक मीटिंग करन, वो की कहेगी मीटिंग केड़ी होएगी, वो सभा। दूसरा है समिति, समिति च की होगा, खास खास बंदे, खास बंदियां दी जिहड़ी मीटिंग है वो की कहलाएगी, समिति। जिवें भगवंत मान जी अपने मंत्रियों नूं ऑर्डर दे देण भी आ जाओ आपां हुण की है मीटिंग करनी है, तां वो की हो जाएगी, समिति। ठीक है, विदत, विदत हुंदा जिहदे विच आम भी होण ते खास भी होण, यानी कि सारे ही होण, जिथे राजे नाल बैठ के की है सारे प्रजा अपनी गलबात कर सके। ठीक है, जिवें मंत्री साहब की है आम लोकां नाल ते मंत्रियां नाल बैठ के मीटिंग करन, वो की हो जाएगी, विदत। ठीक है, तो 3 तरह की मीटिंग या पंचायत हुंदी सी, कह सकते हो सभा, समिति ते विदत। सभा जिहड़ी सी आम लोकां लई, समिति खास लोकां लई ते विदत सारे ही लोकां लई, जिहदे विच छोटे वड्डे दा कोई भेदभाव नहीं सी। क्लीयर है। ओके, तो ये साडा सीगा समाज, यज्ञ ते पंचायत। ठीक है जी, हुण असीं देख लैंदे आ अगे है साडे देवते। ठीक है, ये सारा कुछ असीं किहदे बारे च पढ़ रहे हैं, वैदिक काल दे समय च। ठीक है, वैदिक काल दे समय बारे। तो वैदिक काल दा असीं की देख लिया कि लोक जिहड़े सी, असीं इहनूं पहलां 2 कैटागरी दे विच वंडिया, अर्ली ते लेटर। लोक जिहड़े सी वो कित्थों कित्थों आए सीगे, मेन मध्य एशिया तो, पर कुछ होर लोकां दी भी असीं थ्योरी पढ़ी, उन्हां दे अकॉर्डिंग कुछ नॉर्थ पोल तो ते कुछ तिब्बत तो। फिर असीं देखिया भी समाज किहो जिहा सी। ठीक है, उस समय हवन किहड़े किहड़े हुंदे सी, उस समय मीटिंग या पंचायतां किस तरीके दियां सी। ठीक है, हुण असीं देखदे हां भी उस समय दे विच जिहड़े देवते सी वो किहड़े किहड़े सी। देखो देवते कई सारे सी। ठीक है, पर असीं मेन उही पढ़ांगे जिहड़े साडे पेपर दे विच आउणे ने। ठीक है, तां मेन साडे पेपर दे विच जिहड़ा आउणा है वो किहड़े किहड़े ने, वरुण, इंद्र ते अग्नि। अग्नि। ठीक है जी, ये 3 साडे की ने मेन देवते ने। ठीक है जी, वरुण है जिहड़ा ये की है, नेचर दा देवता मन्निया जांदा है, काहदा, नेचर दा। ठीक है, इंद्र नूं पानी दा, पानी तो बिना होर काहदा, उस समय वॉर दा भी देवता मन्निया जांदा सी। वॉर काहदे लई हुंदी सी, गावां लई। तां गावां लई जदों वॉर हुंदी सी तां किहनूं प्रार्थना कीती जांदी सी, इंद्र नूं। ठीक है, अग्नि अग तुहानूं पता ही है। ठीक है, फायर अग, या फिर कह सकते हैं आपां कि यह एक मीडियम का भी काम करता सी अग्नि। ठीक है, तो इत्थों हुण समझ जाना। ठीक है, तो ये मुख रूप दे विच 3 देवते सी। इन्हां तिन्नां देवतां दा जिक्र है जिहड़ा साडा वो अर्ली वैदिक पीरीयड दे विच भी कीता जांदा है। ठीक है, ऋग्वेद दे विच इन्हां दा जिक्र है। ठीक है, अगे है साडे नदियां। नदियां साडे कोल नदियां भी उस समय बहुत सारियां सी। किहड़ियां किहड़ियां? सतलुज, ब्यास, रावी, चिनाब। ठीक है, बहुत सारियां नदियां सी।
ਇਹ ਅੱਜ ਦੇ ਸਮੇਂ ਦੇ ਨਾਮ ਨੇ, ਪਰ ਉਸ ਸਮੇਂ ਦੇ ਵਿੱਚ ਇਹਨਾਂ ਨਦੀਆਂ ਨੂੰ ਹੋਰ ਨਾਮ ਦੇ ਨਾਲ ਬੁਲਾਇਆ ਜਾਂਦਾ ਸੀ, ਜਿਵੇਂ ਸਤਲੁਜ ਨੂੰ ਸਦੂਤਰੀ ਜਾਂ ਸਤਲੁਰੀ ਵੀ ਕਿਹਾ ਜਾਂਦਾ ਹੈ, ਠੀਕ ਹੈ। ਬਿਆਸ ਨੂੰ ਵਿਪਾਸਾ, ਰਾਵੀ ਨੂੰ पुरुषोत्तनी, ठीक है, रावी नू पुरुषोत्तनी, और चिनाब नू अस्कनी, ठीक है, चिनाब नू अस्कनी कहा जाता सी, ठीक है। तो ये कुछ नदियां ने जिहड़ियां कि इंपॉर्टेंट ने, ते इन्हां दे विचों सवाल ये पूछा जाता कि विपास का दूसरा नाम, ब्यास का दूसरा नाम की है? विपासा। ब्यास का दूसरा नाम की है? विपासा। रावी का दूसरा नाम की है वैदिक पीरियड दे विच? पुरुषोत्तनी, ठीक है। इस समय के दौरान ही पंजाब का जिहड़ा नाम सीगा, पंजाब नूं की कहा गया? पंजाब नूं वैदिक पीरियड के लोग की कहंदे सी? सप्त सिंधु। की कहंदे सी? सप्त सिंधु, ठीक है। सिंधु भी नदी है, सिंधु का पुराना नाम सिंध, ठीक है, सिंधु का पुराना नाम सिंध है, ठीक है। सप्त सिंधु, सप्त सिंधु की कदों कहा गया? वैदिक काल दे विच। किनू? पंजाब नूं कहा गया। क्यों? इहदा मतलब की है, उस समय इत्थे की सी? 7 नदियां गुजरदियां सी, इस करके पंजाब नूं की है उस समय च सप्त सिंधु कहा गया। पेपर दे विच सीधा सीधा 1 नंबर का सवाल आउंदा है भी पंजाब नूं सप्त सिंधु किस समय दौरान कहा गया? किस समय दौरान कहा गया? वैदिक काल के समय दौरान, ठीक है। तो जे एग्जामिनर ने होर थोड़ा जिहा टफ करना हो एग्जाम दे विच, तां फिर वो पूछूगा भी किस कालखंड के दौरान कहा गया? ऋग्वैदिक काल दे विच या फिर उत्तर वैदिक काल दे विच? तां इहनूं कदों कहा गया? उत्तर वैदिक काल दे विच कहा गया। वैदिक काल दे विच किहदे च? उत्तर वैदिक दे विच, ठीक है, यानी कि लास्ट दे समय विच उत्तर वैदिक काल दे विच इहनूं कहा गया, ठीक है। सप्त सिंधु क्यों? क्योंकि हौली हौली जो लोहे की खोज होगी तो आर्यंस ने भी की है उत्तर वाल नूं शिफ्ट होना शुरू करता, तो यह की है पंजाब यूपी तक भी ये पहुंच गए सी। पता है ना, बिहार दे विचों तां लोहा मिलिया सी। क्लीयर है? तो इत्थे तक समझ आ गया, ठीक है। चलो फिर हुण अगे आपां देख लैंदे आ इहदे बारे च होर।